ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ, ਜਿਨੇ ਇੱਕ ਵਾਰ ਫਿਰ ਆਪਣੇ ਜੀਵਤ ਵਚਨਾਂ ਨੂੰ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਦਿੱਤਾ। ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਸੇਵਕਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ, ਉਸੇ ਤਰ੍ਹਾਂ ਅੱਜ ਵੇਖਦੇ ਹਾਂ ਕਿ ਸਾਨੂੰ ਚੁਣੇ ਹੋਏ ਸੇਵਕਾਂ ਦੀ ਨਿਸ਼ਚਾ ਦੀ ਰੀਸ ਕਰਨੀ ਚਾਹੀਦੀ ਹੈ। परमेश्वर का पवित्र वचन इब्रानियां 13:7 ਵਿੱਚ इस तरह बयान करता है, उन्हां दी चाल दे औड़क वल ध्यान करके उन्हां दी निश्चा दी रीस करो। अजीजो, किन्नी अद्भुत ते चंगी गल है कि परमेश्वर दा वचन ये बयान कर रहा है कि विश्वासियां नूं सेवकां दी निश्चा दी रीस करनी चाहिदी है। निश्चा तो परमेश्वर खुश हुंदे हन। इब्रानियां 11:6 ਵਿੱਚ इस तरह लिखिया है, ਅਤੇ नेचा बाजों ਉਹਦੇ मन नूं पाउणा अनहोना है, क्योंकि ਜਿਹੜਾ परमेश्वर ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣੇ ਤਾਲਬਾਂ ਦਾ ਫਲਦਾਤਾ ਹੈ। परमेश्वर ਕੋਲੋਂ ਬਰਕਤ, फल ਅਤੇ ਪ੍ਰਾਰਥਨਾਵਾਂ ਦੇ ਉੱਤਰ ਲੈਣ ਦੇ ਲਈ ਨਿਸ਼ਚਾ ਨੂੰ ਦ੍ਰਿੜ ਕਰਨਾ ਇਹ ਪਰਮੇਸ਼ਵਰ ਦੀ ਹਰ ਵਿਸ਼ਵਾਸੀ ਦੇ ਕੋਲੋਂ ਮੰਗ ਹੈ। ਹੁਣ ਨਿਸ਼ਚਾ ਹੁੰਦੀ ਕੀ ਹੈ? ਪਰਿਸਥਿਤੀਆਂ ਅਤੇ ਹਾਲਾਤਾਂ ਦੇ ਉਲਟ ਚੱਲਣਾ ਅਤੇ ਇਹਨਾਂ ਦੇ ਉਲਟ ਬੋਲਣਾ ਨਿਸ਼ਚਾ ਦੀ ਪੱਕੀ ਨਿਸ਼ਾਨੀ ਹੈ। इब्रानियां 11:1 ਵਿੱਚ इस तरह लिखिया है, हुण नेचा आस कीतियां होईयां गल्लां दा पक्का भरोसा है अते अणडिठ वस्तां दी सबूती है। विश्वासी नूं आस विच ढिल्ला नहीं पैना। ਜਿਹੜੀਆਂ ਵਸਤਾਂ विश्वासी नहीं वेख रहा ਉਹਨੂੰ ਨਿਸ਼ਚਾ ਦੇ ਨਾਲ ਬੋਲਣਾ ਤਾਂ ਕਿ ਪਰਮੇਸ਼ਵਰ ਉਹ ਹਾਲਾਤਾਂ ਨੂੰ ਪ੍ਰਤੀਕੂਲ ਬਣਾ ਦੇਵੇ। ਕਈ ਵਾਰ विश्वासी रीस करन दी बजाय नकल करते हैं। नकल अते रीस दे विच बहुत ज़्यादा अंतर है। नकल वेखियां गईयां नूं उतारना, इस नूं नकल आखदे हन। जिवें किसे दा घर किस तरह दा है उस तरह दा ही प्रार्थना विच मंगना, कोई कपड़े किवें पाउंदा है उस तरह दे कपड़े पाउणा, दूसरा सेवक प्रचार किवें करता है उवें बोल के प्रचार करना, किसी दे कोल किवें दी गड्डी है उवें दी गड्डी मंगना, जिवें दूसरा आराधना करता है उवें दी आराधना करना, जिवें कोई भूत कढ़दा है उवें भूत कढ़ना, जिवें कोई भविखबाणी करता है उवें भविखबाणी करना, जिवें कोई ले हैंडिंग करता है उवें ले हैंडिंग करना, जिवें कोई बाउंसरां विच चलदा है उवें बाउंसरां विच चलना। वेखियां होईयां गल्लां नूं लै के परमेश्वर दे कोल प्रार्थना करना, ये सब नकल दा उतारा है। रीस अंदरले गुणां नूं अपने विच लै लेना, ये एक रीस दी निशानी है। इब्रानियां 13:7 वचन ये संत पौलुस ने विश्वासियों के लिए बोलिया है, क्योंकि इब्रानियां दा लेखक इस तरह बयान करता है, क्योंकि संत पौलुस प्रभु यीशु मसीह दे दर्शन पा चुके सी, इसलिए संत पौलुस प्रभु यीशु मसीह की रीस करते सन। प्रभु यीशु मसीह निश्चा के बारे की आखते हैं, जरा असीं मरकस दे अंजील दे विच देखते हाँ। मरकस 5:34 ਵਿੱਚ इस तरह लिखिया है, यीशु मसीह ने कहा, हे बेटी तेरी नेचा ने तैनू चंगा कीता है, सलामत चली जा अते अपनी बला तो बची रहो। प्रभु यीशु मसीह के अंदर यह गुण सन। इस जगह ते यीशु मसीह ने नेचा करन वाले दी सलाहत की। अज समस्या ये है कि जेकर प्रार्थना करन वाले दी सिफत ना की जाए तो गड़बड़ हो सकती है। मजबूत विश्वास की निशानी विश्वासी नाल गल्लां करदा है।
ਜਿਵੇਂ ਮਰਕਸ 5:28 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। ਇਸ 12 ਸਾਲ ਦੀ ਰੋਗਨ ਜਿਸ ਨੂੰ ਲਹੂ ਦੀ ਬਿਮਾਰੀ ਸੀ, ਉਸ ਅੰਦਰ ਵਿਸ਼ਵਾਸ ਔਰਤ ਦੇ ਨਾਲ ਗੱਲ ਕਰਦਾ ਹੈ। ਇਹੀ ਦ੍ਰਿੜ ਨਿਸ਼ਚਾ ਦੀ ਨਿਸ਼ਾਨੀ ਹੈ ਕਿ ਵਿਸ਼ਵਾਸ ਅੰਦਰੋਂ ਗੱਲਾਂ ਕਰਦਾ ਹੈ। ਲਹੂ ਵਾਲੀ ਔਰਤ ਲੋਕਾਂ ਦੀ ਸਭਾ ਵਿੱਚ ਨਹੀਂ ਜਾ ਸਕਦੀ ਸੀ। ਉਹ ਪਰਿਸਥਿਤੀਆਂ ਦੇ ਉਲਟ ਲੜੀ ਅਤੇ ਵਿਸ਼ਵਾਸ ਨੇ ਗੱਲਾਂ ਕੀਤੀਆਂ। ਯਹੋਨਾ 8:31 ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੇ ਤੁਸੀਂ ਮੇਰੇ ਬਚਨਾਂ 'ਤੇ ਖਲੋਤੇ ਰਹੋ ਤਾਂ ਤੁਸੀਂ ਠੀਕ ਮੇਰੇ ਚੇਲੇ ਹੋਵੋਗੇ। ਹਾਲਾਤ ਔਰ ਪਰਿਸਥਿਤੀਆਂ ਦੀ ਪਰਵਾਹ ਨਾ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਜਿਉਂਦੇ ਵਚਨਾਂ 'ਤੇ ਖੜੇ ਰਹਿਣਾ ਹੀ ਦ੍ਰਿੜ ਨਿਸ਼ਚਾ ਦੀ ਨਿਸ਼ਾਨੀ ਹੈ। ਹੁਣ ਅਸੀਂ ਅਬਰਾਹਾਮ ਦੇ ਜੀਵਨ ਦੇ ਵਿੱਚ ਵੇਖਦੇ ਹਾਂ ਕਿ ਪਰਮੇਸ਼ਵਰ ਨੇ ਉਸ ਨੂੰ ਵਚਨ ਦਿੱਤੇ। ਅਬਰਾਹਾਮ ਵਚਨਾਂ 'ਤੇ ਖੜਿਆ ਰਿਹਾ, ਚਾਹੇ ਪਰਿਸਥਿਤੀਆਂ ਅਤੇ ਹਾਲਾਤ ਉਸ ਦੇ ਪ੍ਰਤੀਕੂਲ ਨਹੀਂ ਸਨ। ਇਸੇ ਲਈ ਹੀ ਅਬਰਾਹਾਮ ਵਿਸ਼ਵਾਸੀਆਂ ਅਤੇ ਧਰਮੀਆਂ ਦਾ ਪਿਤਾ ਬਣ ਗਿਆ। ਹੁਣ ਅਸੀਂ ਅਬਰਾਹਾਮ ਦੇ ਜੀਵਨ ਦੇ 2 ਮੁੱਖ ਵਚਨ ਦੇਖਦੇ ਹਾਂ। ਜੋ ਪਰਮੇਸ਼ਵਰ ਨੇ ਵਚਨ ਦਿੱਤੇ, ਉਹ ਵਚਨਾਂ 'ਤੇ ਖੜਿਆ ਰਿਹਾ। ਉਤਪਤ 13:16 ਵਿੱਚ ਲਿਖਿਆ ਹੈ, ਮੈਂ ਤੇਰੀ ਅੰਸ਼ ਨੂੰ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਉਹ ਤੇਰੀ ਅੰਸ਼ ਨੂੰ ਵੀ ਗਿਣ ਸਕੇਗਾ। ਫਿਰ ਉਤਪਤ 22:17 ਵਿੱਚ ਇਸ ਤਰ੍ਹਾਂ ਲਿਖਿਆ ਹੈ, ਸੋ ਮੈਂ ਤੈਨੂੰ ਬਰਕਤਾਂ 'ਤੇ ਬਰਕਤਾਂ ਦਿਆਂਗਾ ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅੱਤ ਵਧਾਵਾਂਗਾ। ਹਾਲਾਤ ਅਤੇ ਪਰਿਸਥਿਤੀਆਂ ਅਬਰਾਹਾਮ ਦੇ ਜੀਵਨ ਦੇ ਵਿੱਚ ਉਲਟ ਸਨ। 100 ਸਾਲ ਦੀ ਉਮਰ ਤੱਕ ਉਸ ਨੂੰ ਬੇਟੇ ਇਸਹਾਕ ਦਾ ਇੰਤਜ਼ਾਰ ਕਰਨਾ ਪਿਆ। ਬੇਟਾ ਇਸਹਾਕ ਮਿਲਣ ਤੋਂ ਬਾਅਦ ਪਰਮੇਸ਼ਵਰ ਨੇ ਇਸਹਾਕ ਦਾ ਬਲੀਦਾਨ ਵੀ ਮੰਗ ਲਿਆ। ਇਹ ਨਿਸ਼ਚਾ ਦੀ ਪਰਖ ਸੀ। ਆਪਣੀ ਉਮਰ ਦੇ ਵਧੇਰੇ ਵਰ੍ਹੇ ਅਬਰਾਹਾਮ ਨੂੰ ਤੰਬੂਆਂ ਵਿੱਚ ਹੀ ਗੁਜ਼ਾਰਨੇ ਪਏ। ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਵੀ ਅਬਰਾਹਾਮ ਪਰਮੇਸ਼ਵਰ ਤੋਂ ਨਿਹਾਤ ਖੁਸ਼ ਰਿਹਾ। ਇਬਰਾਨੀਆਂ 11:8 ਵਿੱਚ ਅਬਰਾਹਾਮ ਬਾਰੇ ਇਸ ਤਰ੍ਹਾਂ ਲਿਖਿਆ ਹੈ, ਨਿਸ਼ਚੈ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹ ਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਾਈ ਉਹ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ, ਤਾਂ ਵੀ ਨਿਕਲ ਤੁਰਿਆ। ਉਸ ਲਈ ਆਤਮਿਕ ਅਰਥ ਇਹ ਸੀ ਜੋ ਇਬਰਾਨੀਆਂ 11:10 ਵਿੱਚ ਲਿਖਿਆ ਹੈ, ਕਿਉਂ ਜੋ ਉਹ ਉਸ ਨਗਰ ਦੀ ਉਡੀਕ ਵਿੱਚ ਕਰਦਾ ਸੀ ਜਿਹਦੀਆਂ ਨੀਹਾਂ ਹਨ ਅਤੇ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਸੋ ਅਬਰਾਹਾਮ ਦੀ ਦੌੜ ਸੰਸਾਰ ਦੀਆਂ ਚੀਜ਼ਾਂ ਨਹੀਂ ਸਨ। ਹੁਣ ਅਸੀਂ ਦੇਖਦੇ ਹਾਂ ਸੰਤ ਪੌਲੁਸ ਦੇ ਜੀਵਨ ਦੇ ਬਾਰੇ, ਜਿਸ ਨੇ ਆਪ ਆਖਿਆ ਕਿ ਸੇਵਕਾਂ ਦੀ ਰੀਸ ਕਰੋ। ਫਿਲਪੀਆਂ 3:17 ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੇ ਭਰਾਵੋ ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨਾ ਹਾਂ। ਸੇਵਕ ਨਿਸ਼ਚਾ ਪ੍ਰਤੀ ਵਿਸ਼ਵਾਸੀਆਂ ਦੇ ਜੀਵਨ ਦੇ ਲਈ ਨਮੂਨਾ ਹੁੰਦੇ ਹਨ। ਇਸ ਲਈ ਸੇਵਕਾਂ ਦੀ ਨਿਸ਼ਚਾ ਦੀ ਰੀਸ ਕਰਨੀ ਚਾਹੀਦੀ ਹੈ। ਜੇਕਰ ਵਿਸ਼ਵਾਸੀਆਂ ਨੇ ਅੱਛੇ ਵਿਸ਼ਵਾਸ ਵਿੱਚ ਦ੍ਰਿੜ ਹੋਣਾ ਹੈ, ਸੰਤ ਪੌਲੁਸ ਦੁਆਰਾ ਫਿਲਪੀਆਂ ਨੂੰ ਲਿਖੀ ਪੱਤਰੀ ਪੜ੍ਹਨੀ ਚਾਹੀਦੀ ਹੈ। ਇਹ ਪੱਤਰੀ ਸੰਤ ਪੌਲੁਸ ਨੇ ਜੇਲ੍ਹ ਦੇ ਵਿੱਚ ਲਿਖੀ ਹੈ, ਪਰ ਵਿਸ਼ਵਾਸੀਆਂ ਨੂੰ ਉਲਟ ਪਰਿਸਥਿਤੀ ਦੱਸ ਰਹੇ ਹਨ ਕਿ ਤੁਸੀਂ ਸਦਾ ਆਨੰਦ ਰਹੋ। ਮੈਂ ਫਿਰ ਕਹਿੰਦਾ ਹਾਂ, ਤੁਸੀਂ ਆਨੰਦ ਰਹੋ। ਫਿਰ ਫਿਲਪੀਆਂ 3:7 ਵਿੱਚ ਸੰਤ ਪੌਲੁਸ ਨੇ ਆਖਿਆ ਹੈ, ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। 8 ਵਚਨ ਵਿੱਚ ਆਖਦਾ ਹੈ,
ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ, ਭਾਈ ਮੈਂ ਮਸੀਹ ਨੂੰ ਖੱਟ ਲਵਾਂ। ਇਤਿਹਾਸ ਦੱਸਦਾ ਹੈ ਸੰਤ ਪੌਲੁਸ ਬਹੁਤ ਅਮੀਰ ਖਾਨਦਾਨ ਦੇ ਅਤੇ ਪੜ੍ਹੇ ਲਿਖੇ ਪ੍ਰਭੂ ਦੇ ਦਾਸ ਸਨ। ਇਹਨਾਂ ਸਭਨਾਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਆਪਣੇ ਜੀਵਨ ਦੇ ਅੰਤ ਵਾਲੇ ਵਰੇ ਕਿਰਾਏ ਵਾਲੇ ਕਮਰੇ ਵਿੱਚ ਗੁਜ਼ਾਰੇ। ਇਸੇ ਲਈ ਹੀ ਉਹ ਵਿਸ਼ਵਾਸੀਆਂ ਨੂੰ ਬਿਆਨ ਕਰਦੇ ਹਨ ਕਿ ਉਹ ਮੇਰੀ ਰੀਸ ਕਰਨ, ਕਿਉਂਕਿ ਸੰਤ ਪੌਲੁਸ ਪ੍ਰਭੂ ਯਿਸੂ ਮਸੀਹ ਦੀ ਰੀਸ ਕਰਦੇ ਸਨ। ਹੁਣ ਅਸੀਂ ਫਿਲਿੱਪੀਆਂ 4:9 ਵਿੱਚ ਵੀ ਵੇਖਦੇ ਹਾਂ, ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ, ਉਹੀ ਉਹ ਕਰੋ, ਤਾਂ ਸ਼ਾਂਤੀ ਦਾਤਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇਗਾ। ਅਜ਼ੀਜ਼ੋ, ਜੋ ਵਚਨ ਫਿਲਿੱਪੀਆਂ 4:9 ਬੋਲਿਆ ਗਿਆ ਹੈ, ਇਹ ਸਿਰਫ ਯਿਸੂ ਮਸੀਹ ਹੀ ਆਖ ਸਕਦੇ ਹਨ, ਜਾਂ ਜਿਸ ਵਿੱਚ ਪ੍ਰਭੂ ਯਿਸੂ ਮਸੀਹ ਦਾ ਸਰੂਪ ਹੋਵੇ ਉਹੀ ਇਹ ਵਚਨ ਬੋਲ ਸਕਦਾ ਹੈ। ਸੰਤ ਪੌਲੁਸ ਨੇ ਕਲੀਸਿਆ ਨੂੰ ਇਹ ਵਚਨ ਬੋਲ ਕੇ ਦੱਸਿਆ, ਅਗਰ ਤੁਸੀਂ ਮੇਰੀ ਰੀਸ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇਗਾ। ਹੁਣ ਅੱਜ ਦੇ ਦਿਨ ਵਿਸ਼ਵਾਸੀ ਆਪਣੇ ਆਪ ਨੂੰ ਚੈੱਕ ਕਰਨ ਕਿ ਉਹ ਸੇਵਕਾਂ ਦੀਆਂ ਚੀਜ਼ਾਂ ਦੀ ਨਕਲ ਕਰ ਰਹੇ ਹਨ ਕਿ ਜਾਂ ਉਹਨਾਂ ਦੀ ਨਿਸ਼ਚਾ ਦੀ ਰੀਸ ਕਰ ਰਹੇ ਹਨ। ਨਿਸ਼ਚਾ ਦੀ ਰੀਸ ਪਰਿਸਥਿਤੀਆਂ ਅਤੇ ਹਾਲਾਤਾਂ ਦੇ ਉਲਟ ਜਾਣਾ ਹੈ ਅਤੇ ਪਰਿਸਥਿਤੀ ਅਤੇ ਹਾਲਾਤਾਂ ਦੇ ਉਲਟ ਬੋਲਣਾ ਹੈ। ਵਿਸ਼ਵਾਸੀਆਂ ਨੂੰ ਵਿਸ਼ਵਾਸ ਦੀ ਚੰਗੀ ਦੌੜ ਦੌੜਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਮੱਧੇ ਆਕਾਸ਼ ਦੇ ਵਿੱਚ ਪ੍ਰਭੂ ਯਿਸੂ ਮਸੀਹ ਪ੍ਰਗਟ ਹੋਵੇਗਾ, ਪ੍ਰਭੂ ਯਿਸੂ ਮਸੀਹ ਜਦੋਂ ਪ੍ਰਗਟ ਹੋਵੇਗਾ, ਵਿਸ਼ਵਾਸੀਆਂ ਦੇ ਵਿੱਚ ਸਿਰਫ ਵਿਸ਼ਵਾਸ ਹੀ ਵੇਖੇਗਾ, ਨਿਸ਼ਚਾ ਹੀ ਵੇਖੇਗਾ। ਇਹ ਚੀਜ਼ਾਂ ਨਹੀਂ ਵੇਖਣਗੇ ਕਿ ਉਹਨਾਂ ਕੋਲ ਕਿੱਦਾਂ ਦਾ ਘਰ ਆ, ਇਹ ਨਹੀਂ ਵੇਖਣਗੇ ਉਹਨਾਂ ਕੋਲ ਕਿੱਦਾਂ ਦੀ ਗੱਡੀ ਹੈ, ਇਹ ਨਹੀਂ ਵੇਖਣਗੇ ਕਿੱਦਾਂ ਦਾ ਅਹੁਦਾ ਉੱਚਾ ਹੈ, ਸਿਰਫ ਨਿਸ਼ਚਾ ਹੀ ਵੇਖਣਗੇ। ਲੂਕਾ 18:8 ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ। ਮਸੀਹ ਵਿੱਚ ਪਿਆਰੇ ਸਾਥੀਓ ਔਰ ਵਿਸ਼ਵਾਸ ਕਰਨ ਵਾਲੇ ਅਜ਼ੀਜ਼ੋ, ਮੈਂ ਆਖਰੀ ਵਚਨ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਆਉਣ ਦੇ ਆਮਦ ਦੀ ਤਿਆਰੀ ਕਰੋ, ਨਿਸ਼ਚਾ ਦੇ ਵਿੱਚ ਦ੍ਰਿੜ ਰਹੋ। ਪਰਮੇਸ਼ਵਰ ਤੁਹਾਨੂੰ ਨਿਸ਼ਚਾ ਵਿੱਚ ਵਧਾਵੇ। ਮੇਰੇ ਵੱਲੋਂ ਔਰ ਸਾਡੀ ਟੀਮ ਵੱਲੋਂ ਤੁਹਾਨੂੰ ਜੈ ਮਸੀਹ ਦੀ